हाँ जी, सत श्री अकाल साਰਿਆਂ ਨੂੰ। एग्जाम प्लस एजुकेशन ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜੋ ਪੋਲਿਟੀ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ, ਉਹਦੇ ਵਿੱਚ ਆਪਾਂ ਕਨਸਟੀਟਿਊਸ਼ਨਲ ਡਿਵੈਲਪਮੈਂਟ ਜਿਹੜੀ ਸੀਰੀਜ਼ ਸੀ ਉਹਦੇ ਕੁਐਸਚਨ ਆਪਾਂ ਪੂਰੇ ਕਰ ਚੁੱਕੇ ਹਾਂ। ਔਰ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਜੀ ਕਨਸਟੀਟਿਊਸ਼ਨਲ ਪ੍ਰੈਂਬਲ ਸੋਰਸ, ਯਾਨੀ ਕਿ ਸੰਵਿਧਾਨ ਪ੍ਰਸਤਾਵਨਾ। ਅੱਜ ਆਪਾਂ ਇਹਦੇ ਵਿੱਚ ਕੇਵਲ ਪ੍ਰਸਤਾਵਨਾ ਬਾਰੇ ਹੀ ਪੜ੍ਹਾਂਗੇ ਵੀ ਜਿਹੜਾ ਆਪਣਾ ਇੰਡੀਅਨ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਪ੍ਰਸਤਾਵਨਾ ਲਿਖੀ ਹੋਈ ਹੈ, ਉਹਦੇ ਬਾਰੇ ਜਿੰਨੇ ਵੀ ਕੁਐਸਚਨ ਬਣਦੇ ਨੇ ਅੱਜ ਮੈਂ ਉਹ ਡਿਸਕਸ ਕਰੂੰਗਾ। ਠੀਕ ਆ, ਕੱਲ੍ਹ ਤੋਂ ਆਪਾਂ ਉਹਨਾਂ ਨੂੰ ਕੁਐਸਚਨ ਦੇ ਰੂਪ ਵਿੱਚ ਦੇਖਾਂਗੇ। ਤਾਂ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਵੀ ਜਿਹੜਾ ਪ੍ਰੈਂਬਲ ਹੈ ਇਹ ਹੁੰਦਾ ਕੀ ਹੈ। ਵੀ ਇਹ ਇੱਕ ਆਪਾਂ ਜਿੱਦਾਂ ਆਪਣੀ ਕਿਤਾਬ ਹੁੰਦੀ ਹੈ ਉਹਦੀ ਇੰਟਰੋਡਕਸ਼ਨ ਹੁੰਦੀ ਹੈ। ਠੀਕ ਹੈ, ਪ੍ਰੈਂਬਲ ਵੀ ਕੀ ਹੈ ਕਿ ਆਪਣਾ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹਦੀ ਇੱਕ ਇੰਟਰੋਡਕਸ਼ਨ ਹੈ। ਠੀਕ ਹੈ, ਜਿਹੜੀ ਆਪਣੀ ਪ੍ਰੈਂਬਲ ਹੈ ਜਾਂ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਪ੍ਰਸਤਾਵਨਾ ਕਹਿੰਦੇ ਹਾਂ। ਅਤੇ ਜੇ ਮੈਂ ਇਹਨੂੰ ਥੋੜ੍ਹਾ ਜ਼ੂਮ ਕਰਦਾ ਇੱਕ ਮਿੰਟ, ਫਿਰ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਉਣਾ ਇਹਦੇ ਵਿੱਚ ਕੀ ਲਿਖਿਆ ਹੋਇਆ। ਇਹ ਹੈ ਜੀ ਦੀ ਕਨਸਟੀਟਿਊਸ਼ਨ ਆਫ ਇੰਡੀਆ ਪ੍ਰੈਂਬਲ। ਠੀਕ ਹੈ, ਜਿਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ। ਸਭ ਤੋਂ ਪਹਿਲੇ ਕੁਐਸਚਨ ਦੀ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਜਿਹੜਾ ਪ੍ਰੈਂਬਲ ਦੇ ਰਿਗਾਰਡਿੰਗ ਪਹਿਲਾ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਜਿਹੜਾ ਪ੍ਰੈਂਬਲ ਹੈ ਉਹ ਕਿਹੜੇ ਲਾਈਨ ਤੋਂ ਸਟਾਰਟ ਹੁੰਦਾ ਹੈ। ਤਾਂ ਇਹਦਾ ਆਨਸਰ ਹੋਊਗਾ ਵੀ ਦਾ ਪੀਪਲ ਆਫ ਇੰਡੀਆ। ਇਹ ਜਿਹੜੀ ਲਾਈਨ ਲਿਖੀ ਹੋਈ ਹੈ ਇਹ ਪ੍ਰੈਂਬਲ ਦੇ ਵਿੱਚ ਲਿਖੀ ਹੋਈ ਹੈ ਔਰ ਇਸ ਤੋਂ ਹੀ ਜਿਹੜਾ ਆਪਣਾ ਪ੍ਰੈਂਬਲ ਹੈ ਸਟਾਰਟ ਹੁੰਦਾ। ਠੀਕ ਹੈ, ਜੇ ਆਪਾਂ ਇਹਦੇ ਡਿਜ਼ਾਈਨ ਦੀ ਗੱਲ ਕਰੀਏ, ਜਿਹੜਾ ਪ੍ਰੈਂਬਲ ਦਾ ਡਿਜ਼ਾਈਨ ਹੈ ਉਹ ਕਿਹਨੇ ਕੀਤਾ ਸੀ? ਉਹ ਸੀ ਜੀ ਪੇਂਟਰ ਰਾਮ ਮਨੋਹਰ ਸਿਨਹਾ। ਰਾਮ ਮਨੋਹਰ ਸਿਨਹਾ। ਠੀਕ ਹੈ, ਇਹ ਜਿਹੜਾ ਡਿਜ਼ਾਈਨ ਹੈ ਪ੍ਰੈਂਬਲ ਦਾ ਉਹ ਤਿਆਰ ਕੀਤਾ ਗਿਆ ਸੀ ਰਾਮ ਮਨੋਹਰ ਸਿਨਹਾ ਦੁਆਰਾ। ਅਤੇ ਜੇ ਪ੍ਰੈਂਬਲ ਨੂੰ ਆਪਾਂ ਥੋੜ੍ਹੇ ਬੈਕ ਦੇ ਵਿੱਚ ਲੈ ਕੇ ਚੱਲੀਏ ਕਿ ਇਹਨੂੰ ਕੀ ਕਿਹਾ ਜਾਂਦਾ ਸੀ, ਪਹਿਲਾਂ ਇਹਨੂੰ ਓਬਜੈਕਟਿਵ ਰੈਜੋਲਿਊਸ਼ਨ ਦੇ ਨਾਮ ਨਾਲ ਪਾਸ ਕੀਤਾ ਸੀਗਾ। ਓਬਜੈਕਟਿਵ ਰੈਜੋਲਿਊਸ਼ਨ ਦੇ ਨਾਮ ਨਾਲ ਕਦੋਂ? 13 ਦਸੰਬਰ 1946 ਦੇ ਵਿੱਚ। ਕਿਹਦੇ ਦੁਆਰਾ? ਜਵਾਹਰ ਲਾਲ ਨਹਿਰੂ ਦੁਆਰਾ। ਠੀਕ ਹੈ, ਤਾਂ ਓਬਜੈਕਟਿਵ ਰੈਜੋਲਿਊਸ਼ਨ ਦੇ ਨਾਮ ਨਾਲ ਇਹਨੂੰ ਪਾਸ ਕੀਤਾ ਸੀ ਔਰ ਬਾਅਦ ਦੇ ਵਿੱਚ ਇਹਦਾ ਨਾਮ ਪ੍ਰੈਂਬਲ ਰੱਖਿਆ ਗਿਆ। ਅਤੇ ਜਿਹੜਾ ਇਹਦਾ ਡਿਜ਼ਾਈਨ ਹੈ ਉਹ ਕਿਹਨੇ ਡਿਜ਼ਾਈਨ ਕੀਤਾ ਸੀ? ਰਾਮ ਮਨੋਹਰ ਸਿਨਹਾ ਨੇ, ਜਿਹੜੇ ਕਿ ਜਬਲਪੁਰ ਤੋਂ ਪੇਂਟਰ ਸੀਗੇ। ਠੀਕ ਹੈ, ਔਰ ਜੇ ਆਪਾਂ ਗੱਲ ਕਰੀਏ ਜੇ ਪ੍ਰੈਂਬਲ ਸਟਾਰਟ ਕਿਹੜੀ ਲਾਈਨ ਤੋਂ ਹੁੰਦਾ? ਵੀ ਦਾ ਪੀਪਲ ਆਫ ਇੰਡੀਆ, ਵੀ ਅਸੀਂ ਭਾਰਤ ਦੇ ਨਾਗਰਿਕ ਹਾਂ। ਠੀਕ ਹੈ, ਔਰ ਇਹਦੇ ਵਿੱਚ ਹੋਰ ਗੱਲਾਂ ਵੀ ਹੈ, ਜਿਵੇਂ ਇਹਨੂੰ ਕੀ ਕਿਹਾ ਜਾਂਦਾ ਹੈ? ਪ੍ਰੈਂਬਲ ਨੂੰ ਕੀ ਕਿਹਾ ਜਾਂਦਾ? ਆਇਡੈਂਟੀ ਕਾਰਡ ਕਿਹਾ ਜਾਂਦਾ। ਆਇਡੈਂਟੀ ਕਾਰਡ ਆਫ ਇੰਡੀਅਨ ਕਨਸਟੀਟਿਊਸ਼ਨ ਉਹ ਕਿਹਨੇ ਕਿਹਾ ਸੀ? ਉਹ ਕਿਹਾ ਸੀ N.A. ਪਾਲਖੀਵਾਲਾ ਨੇ। N.A. ਪਾਲਖੀਵਾਲਾ। ਠੀਕ ਹੈ ਜੀ, ਅਤੇ ਇਹਨੂੰ ਹੋਰ ਕੀ ਕਿਹਾ ਜਾਂਦਾ ਹੈ? ਇਹਨੂੰ ਕਿਹਾ ਜਾਂਦਾ ਹੈ ਸੋਲ ਆਫ ਇੰਡੀਅਨ ਕਨਸਟੀਟਿਊਸ਼ਨ, ਯਾਨੀ ਕਿ ਭਾਰਤ ਸੰਵਿਧਾਨ ਦੀ ਆਤਮਾ। ਤਾਂ ਇਹ ਕਿਹਾ ਸੀ ਠਾਕੁਰ ਦਾਸ ਭਾਰਗਵ ਨੇ। ਠਾਕੁਰ ਦਾਸ ਭਾਰਗਵ। ਅਤੇ ਇਹਨੂੰ ਹੋਰ ਕੀ ਕਿਹਾ ਜਾਂਦਾ ਹੈ? ਹੋਰੋਸਕੋਪ ਆਫ ਇੰਡੀਆ। ਇਹਨੂੰ ਹੋਰੋਸਕੋਪ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਇਹ ਕਿਹਨੇ ਕਿਹਾ ਸੀ? ਇਹ ਕਿਹਾ ਸੀ K.M. ਮੁਨਸ਼ੀ ਦੁਆਰਾ। ਅਤੇ ਜਿਹੜਾ ਪ੍ਰੈਂਬਲ ਹੈ ਉਹਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਤਾਂ ਉਹਨੂੰ ਜਾਣਿਆ ਜਾਂਦਾ ਹੈ ਮਿਰਰ ਆਫ ਇੰਡੀਅਨ ਕਨਸਟੀਟਿਊਸ਼ਨ। ਮਿਰਰ ਆਫ ਇੰਡੀਅਨ ਕਨਸਟੀਟਿਊਸ਼ਨ, ਯਾਨੀ ਕਿ ਭਾਰਤ ਸੰਵਿਧਾਨ ਦਾ ਮਿਰਰ ਹੈ ਇਹ ਇੱਕ। ਠੀਕ ਹੈ, ਅਤੇ ਜਿਹੜਾ ਇਹਨੂੰ ਨਾਮ ਨਾਲ ਜਾਣਿਆ ਜਾਂਦਾ ਹੈ। ਅਤੇ ਇੱਥੋਂ ਤੱਕ ਮੈਂ ਤੁਹਾਨੂੰ ਲੱਗਦਾ ਬਹੁਤ ਸਾਰੇ ਕੁਐਸਚਨ ਡਿਸਕਸ ਕਰਤੇ ਹੈ। ਅਤੇ ਹੁਣ ਆਪਾਂ ਜੇ ਨੈਕਸਟ ਗੱਲ ਕਰੀਏ ਤਾਂ ਇਹਦੇ ਵਿੱਚ ਕੁਛ ਵਰਡ ਐਡ ਕੀਤੇ ਗਏ ਨੇ, ਜਿਵੇਂ ਹੋ ਗਿਆ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੇਟਿਕ, ਰਿਪਬਲਿਕ। ਇਹਨੂੰ ਤੁਸੀਂ ਇਸ ਤਰ੍ਹਾਂ ਹੀ ਯਾਦ ਰੱਖੋਗੇ ਕਿਉਂਕਿ ਪੇਪਰ ਦੇ ਵਿੱਚ ਕੀ ਕਿਹਾ ਜਾਂਦਾ ਕਿ ਇਹਨਾਂ ਨੂੰ ਜਿਵੇਂ ਪ੍ਰੈਂਬਲ ਦੇ ਵਿੱਚ ਵਰਡ ਲਿਖੇ ਹੋਏ ਆ ਵੀ ਉਸੇ ਅਰੇਂਜ 'ਚ ਇਹਨੂੰ ਫੋਲੋ ਕਰੋ। ਠੀਕ ਹੈ, ਇਹਨੂੰ ਅਰੇਂਜਮੈਂਟ ਕਰੋ ਇਹਨਾਂ ਦੀ। ਤਾਂ ਆਪਾਂ ਪਹਿਲਾਂ ਇਹਦੀ ਇੱਕ ਟ੍ਰਿਕ ਬਣਾ ਲੈਂਦੇ ਹਾਂ। SOSDR। ਇਹ 'ਤੇ ਹੋ ਗਿਆ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੇਟਿਕ ਔਰ ਰਿਪਬਲਿਕ। ਜਿਹੜਾ ਰਿਪਬਲਿਕ ਵਰਡ ਹੈ ਇਹ ਕਿੱਥੋਂ ਲਿਆ ਗਿਆ? ਇਹ ਫਰਾਂਸ ਤੋਂ ਲਿਆ ਗਿਆ। ਜਿਹੜਾ ਰਿਪਬਲਿਕ ਵਰਡ ਹੈ ਉਹ ਫਰਾਂਸ ਤੋਂ ਲਿਆ ਗਿਆ। ਜੇ ਆਪਾਂ ਸੋਵਰਨ ਦੀ ਗੱਲ ਕਰੀਏ ਤਾਂ ਇਹਦਾ ਕੀ ਮਤਲਬ ਹੁੰਦਾ? ਸੋਵਰਨ ਦਾ ਮਤਲਬ ਹੁੰਦਾ ਵੀ ਆਪਾਂ ਆਪਦੇ ਸੈਲਫ ਡਿਪੈਂਡੈਂਟ ਹਾਂ, ਆਪਣੇ 'ਤੇ ਕਿਸੇ ਵੀ ਹੋਰ ਬਾਹਰੀ ਸ਼ਕਤੀ ਦਾ ਕੋਈ ਆਪਣੇ 'ਤੇ ਪ੍ਰਭਾਵ ਨਹੀਂ ਹੈਗਾ। ਠੀਕ ਹੈ, ਵੀ ਆਪਾਂ ਸੈਲਫ ਡਿਪੈਂਡੈਂਟ ਹਾਂ। ਸੋਸ਼ਲਿਸਟ ਅਤੇ ਸੈਕੂਲਰ ਦਾ ਮਤਲਬ ਹੁੰਦਾ ਵੀ ਆਪਾਂ ਸਾਰੇ ਧਰਮਾਂ ਦੀ ਰੱਖਿਆ ਕਰਦੇ ਹਾਂ, ਸਾਰੇ ਧਰਮਾਂ ਨੂੰ ਫੋਲੋ ਕਰਦੇ ਹਾਂ, ਵੀ ਇੱਥੇ ਆਪਣੇ ਕੋਈ ਉਹ ਨਹੀਂ ਹੈ ਵੀ ਆਪਾਂ ਇੱਕ ਧਰਮ ਨੂੰ ਹੀ ਮੰਨਾਂਗੇ ਅਤੇ ਇੱਥੇ ਸਾਰਿਆਂ ਨੂੰ ਆਜ਼ਾਦੀ ਹੈ, ਕੋਈ ਵੀ ਧਰਮ ਅਗਲਾ ਮੰਨ ਸਕਦਾ। ਠੀਕ ਹੈ, ਇਹ ਚੀਜ਼ਾਂ ਹੋ ਗਈਆਂ SOSDR। ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ। ਜੇ ਹੁਣ ਆਪਾਂ ਗੱਲ ਕਰੀਏ ਇਹਦੇ ਵਿੱਚ ਹੋਰ ਵਰਡ ਜਿਹੜੇ ਨੇ, ਜਸਟਿਸ ਹੋ ਗਿਆ, ਲਿਬਰਟੀ ਹੋ ਗਿਆ, ਇਕੁਐਲਿਟੀ ਹੋ ਗਿਆ, ਫਰੈਟਰਨਿਟੀ ਹੋ ਗਿਆ। ਠੀਕ ਹੈ, ਇਹ ਵੀ ਵਰਡ ਨੇ ਜਿਹੜੇ ਕਿ ਅਲੱਗ-ਅਲੱਗ ਦੇਸ਼ਾਂ ਤੋਂ ਲਏ ਗਏ ਨੇ। ਜਿਵੇਂ ਜੇ ਆਪਾਂ ਜਸਟਿਸ ਦੀ ਗੱਲ ਕਰੀਏ ਤਾਂ ਇਹ ਰਸ਼ੀਅਨ
ਰਸ਼ੀਅਨ ਰੈਵੋਲੂਸ਼ਨ ਹੋਈ ਸੀ, ਜਿਹੜੀ ਰਸ਼ੀਅਨ ਰੈਵੋਲੂਸ਼ਨ ਹੋਈ ਸੀ 1917 ਦੇ ਵਿੱਚ, ਇਹ ਉੱਥੋਂ ਲਿਆ ਗਿਆ ਸੀ ਜਸਟਿਸ। ਅਤੇ ਆਪਾਂ ਨੂੰ ਜਸਟਿਸ ਕਿੰਨੇ ਤਰ੍ਹਾਂ ਦਾ ਮਿਲਦਾ ਹੈ? 3 ਤਰ੍ਹਾਂ ਦਾ ਜਸਟਿਸ ਹੁੰਦਾ, ਜਿਹੜਾ ਕੀ ਹੈ ਪੋਲੀਟੀਕਲ ਹੋ ਗਿਆ, ਸੋਸ਼ਲ ਹੋ ਗਿਆ ਔਰ ਇਕਨੋਮਿਕਸ ਹੋ ਗਿਆ। ਇਕਨੋਮਿਕ ਮਤਲਬ ਇਕਨੋਮਿਕਸ ਨਹੀਂ, ਇਕਨੋਮਿਕਲੀ ਯਾਨੀ ਕਿ ਆਰਥਿਕ ਵਾਲਾ, ਠੀਕ ਹੈ, ਜਿਹੜਾ ਆਰਥਿਕ ਰੂਪ ਨਾਲ ਆਪਣਾ ਉਹ ਹੁੰਦਾ। ਤਾਂ ਇਹ 3 ਤਰ੍ਹਾਂ ਦਾ ਆਪਣੇ ਕੋਲ ਜਸਟਿਸ ਹੁੰਦਾ, ਠੀਕ ਹੈ ਜੀ। ਜਸਟਿਸ ਬਾਰੇ ਆਪਾਂ ਗੱਲ ਕਰ ਲਈ। ਜਿਹੜੇ ਵਰਡ ਨੇ ਲਿਬਰਟੀ, ਇਕੁਐਲਿਟੀ ਔਰ ਫਰੈਟਰਨਿਟੀ, ਇਹ ਜਿਹੜੇ ਤਿੰਨੇ ਵਰਡ ਨੇ ਇਹ ਫਰੈਂਚ ਰੈਵੋਲੂਸ਼ਨ ਤੋਂ ਲਏ ਗਏ ਨੇ, ਠੀਕ ਹੈ, ਯਾਨੀ ਕਿ ਫਰਾਂਸ ਦੀ ਜਿਹੜੀ ਕ੍ਰਾਂਤੀ ਹੋਈ ਸੀ 1789 ਦੇ ਵਿੱਚ, ਇਹ ਸ਼ਬਦ ਉੱਥੋਂ ਲਏ ਗਏ ਨੇ। ਜਿਹੜੀ ਲਿਬਰਟੀ ਆਪਣੇ ਕੋਲ ਉਹ 5 ਤਰ੍ਹਾਂ ਦੀ ਹੁੰਦੀ ਹੈ, ਵੀ ਆਪਾਂ ਨੂੰ 5 ਤਰ੍ਹਾਂ ਨਾਲ ਆਪਾਂ ਨੂੰ ਲਿਬਰਟੀ ਮਿਲਦੀ ਹੈ। ਜਿਹੜੀ ਇਕੁਐਲਿਟੀ ਹੈ ਉਹ ਆਪਾਂ ਨੂੰ 2 ਤਰ੍ਹਾਂ ਦੀ ਇਕੁਐਲਿਟੀ ਮਿਲਦੀ ਹੈ। ਔਰ ਫਿਰ ਕੀ ਹੈ ਫਰੈਟਰਨਿਟੀ ਯਾਨੀ ਕਿ ਭਾਈਚਾਰਾ, ਉਹ ਆਪਾਂ ਨੂੰ 1 ਤਰ੍ਹਾਂ ਦਾ ਹੀ ਹੁੰਦਾ, ਜਿਹੜੀ ਡਿਗਨਿਟੀ ਵਾਲਾ, ਠੀਕ ਹੈ। ਇਹ ਸੀ ਆ ਜਿਹੜੇ ਵਰਡ ਜਿਹੜੇ ਆਪਾਂ ਲਾਸਟ ਦੇ ਵਿੱਚ ਗੱਲ ਕੀਤੀ ਹੈ। ਅਤੇ ਜੇ ਹੁਣ ਆਪਾਂ ਗੱਲ ਕਰੀਏ ਜਿਹੜੇ ਸੋਸ਼ਲਿਸਟ, ਸੈਕੂਲਰ ਔਰ ਇੰਟੀਗ੍ਰਿਟੀ ਵਰਡ ਨੇ, ਇੰਟੀਗ੍ਰਿਟੀ ਰਹਿ ਗਿਆ ਇਹਦੇ ਵਿੱਚ, ਆ ਲਿਖਿਆ ਹੋਇਆ ਇੰਟੀਗ੍ਰਿਟੀ, ਠੀਕ ਹੈ। ਅਤੇ ਜਿਹੜੇ ਇਹ ਵਰਡ ਨੇ ਇਹ ਕਦੋਂ ਐਡ ਕੀਤੇ ਗਏ ਸੀ? ਤਾਂ ਜਦੋਂ 42ਵਾਂ ਸੰਵਿਧਾਨ ਸੰਸ਼ੋਧਨ ਹੋਇਆ ਸੀ 1976 ਦੇ ਵਿੱਚ, 42ਵੀਂ ਸੰਵਿਧਾਨ ਸੋਧ ਹੋਈ ਸੀ 1976 ਦੇ ਵਿੱਚ, ਉਦੋਂ 3 ਵਰਡ ਐਡ ਕੀਤੇ ਗਏ ਸੀ, ਜਿਹੜਾ ਸੀ ਸੋਸ਼ਲਿਸਟ, ਸੈਕੂਲਰ ਔਰ ਇੰਟੀਗ੍ਰਿਟੀ, ਠੀਕ ਹੈ। ਇਹ ਤਿੰਨੇ ਵਰਡ ਐਡ ਕੀਤੇ ਗਏ ਸੀ 42ਵੇਂ ਸੰਵਿਧਾਨ ਸੰਸ਼ੋਧਨ ਦੇ ਵਿੱਚ। ਜੇ ਆਪਾਂ 42ਵੇਂ ਸੰਵਿਧਾਨ ਸੰਸ਼ੋਧ ਦੀ ਗੱਲ ਕਰਦੇ ਹਾਂ ਤਾਂ ਇਹਨੂੰ ਆਪਾਂ ਕੀ ਕਹਿੰਦੇ ਹਾਂ, ਮਿਨੀ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ 42ਵੀਂ ਸੰਵਿਧਾਨ ਸੋਧ ਨੂੰ। ਕਿਉਂਕਿ ਇਹਦੇ ਵਿੱਚ ਸਭ ਤੋਂ ਵੱਧ ਵਾਰ ਅਮੈਂਡਮੈਂਟ ਹੋਈ ਸੀ ਸੰਵਿਧਾਨ ਦੇ ਵਿੱਚ। 42ਵੀਂ ਸੰਵਿਧਾਨ ਸੋਧ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਐਡ ਕੀਤੀਆਂ ਗਈਆਂ ਸੀ। ਜਦੋਂ ਆਪਾਂ ਉਹ ਕੁਐਸਚਨ ਡਿਸਕਸ ਕਰਾਂਗੇ ਤਾਂ ਉਹਦੇ ਵਿੱਚ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਕਰਵਾਊਂਗਾ ਮੈਂ। ਇਹਨੂੰ ਮਿਨੀ ਕੌਂਸਟੀਟਿਊਸ਼ਨ ਕਿਹਾ ਜਾਂਦਾ ਹੈ ਔਰ 1976 ਦੇ ਵਿੱਚ ਇਹ ਸੋਧ ਕੀਤੀ ਗਈ ਸੀ, ਠੀਕ ਹੈ। ਅਤੇ ਉਦੋਂ ਸਰਕਾਰ ਕਿਹਦੀ ਸੀ? ਇੰਦਰਾ ਗਾਂਧੀ ਦੀ। ਇੰਦਰਾ ਗਾਂਧੀ ਉਦੋਂ ਪ੍ਰਾਈਮ ਮਿਨਿਸਟਰ ਸੀ ਜਦੋਂ ਇਹ ਸੋਧ ਕੀਤੀ ਗਈ ਸੀ 1976 ਦੇ ਵਿੱਚ। ਇਹ ਚੀਜ਼ਾਂ ਸੀ ਸਾਰੀਆਂ ਜਿਹੜੀਆਂ ਤੁਸੀਂ ਪ੍ਰੈਂਬਲ ਬਾਰੇ ਯਾਦ ਰੱਖਣੀਆਂ ਸੀ। ਔਰ ਇਹਨਾਂ ਰਿਲੇਟਡ ਹੀ ਅੱਗੇ ਜਿਹੜੇ ਆਪਾਂ ਕੱਲ੍ਹ ਕੁਐਸਚਨ ਡਿਸਕਸ ਕਰਾਂਗੇ ਇਹਦੇ ਨਾਲ ਹੀ ਕੁਐਸਚਨ ਬਣਨਗੇ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਦੁਬਾਰੇ ਰਿਪੀਟ ਕਰਵਾਵਾਂ, ਜਿਹੜਾ ਕਿ ਇਹਦਾ ਡਿਜ਼ਾਈਨ ਸੀ ਰਾਮ ਮਨੋਹਰ ਸਿਨਹਾ ਨੇ ਤਿਆਰ ਕੀਤਾ ਸੀ। ਜਿਹੜਾ ਪ੍ਰੈਂਬਲ ਹੈ ਸਟਾਰਟ ਹੁੰਦਾ ਹੈ ਵੀ ਦਾ ਪੀਪਲ ਆਫ ਇੰਡੀਆ ਤੋਂ, ਔਰ ਇਹਨੂੰ ਹੋਰੋਸਕੋਪ ਆਫ ਇੰਡੀਆ ਵੀ ਕਿਹਾ ਜਾਂਦਾ ਹੈ, ਉਹ ਕਿਹਾ ਸੀ ਕੇ ਐਮ ਮੁਨਸ਼ੀ ਨੇ। ਸੋਲ ਆਫ ਇੰਡੀਅਨ ਕੌਂਸਟੀਟਿਊਸ਼ਨ ਕਿਹਾ ਜਾਂਦਾ ਹੈ, ਠਾਕੁਰ ਦਾਸ ਭਾਰਗਵ ਨੇ ਕਿਹਾ ਸੀ, ਠੀਕ ਹੈ। ਔਰ ਪ੍ਰੈਂਬਲ ਐਜ਼ ਆਇਡੈਂਟੀ ਕਾਰਡ ਆਫ ਇੰਡੀਅਨ ਕੌਂਸਟੀਟਿਊਸ਼ਨ ਉਹ ਕਿਹਾ ਸੀ NK ਪਾਲਖੀਵਾਲਾ ਨੇ। ਅਤੇ ਇਹਦੇ ਵਿੱਚ ਜਿਹੜੇ ਆਪਾਂ ਟ੍ਰਿਕ ਬਣਾਈ ਸੀ 100 SDR, ਠੀਕ ਹੈ, ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੈਟਿਕ ਔਰ ਰਿਪਬਲਿਕ, ਇਹ ਵਰਡ ਸੀਗੇ। ਔਰ ਫਿਰ ਸੀ ਜਸਟਿਸ, ਇਕੁਐਲਿਟੀ, ਲਿਬਰਟੀ, ਫਰੈਟਰਨਿਟੀ ਔਰ ਇੰਟੀਗ੍ਰਿਟੀ। ਜਿਹੜੇ ਆਹ 3 ਵਰਡ ਸੀ, ਜਿਹੜਾ ਪਹਿਲਾ ਜਸਟਿਸ ਸੀ ਉਹ ਰਸ਼ੀਅਨ ਰੈਵੋਲੂਸ਼ਨ ਤੋਂ, ਆ ਬਾਕੀ ਫਰੈਂਚ ਰੈਵੋਲੂਸ਼ਨ ਤੋਂ। ਔਰ 100 SR ਜਿਹੜੇ ਇਹ ਵਰਡ ਸੀ ਇਹ 42ਵੇਂ ਸੰਵਿਧਾਨ ਸੋਧ ਦੇ ਵਿੱਚ ਐਡ ਕੀਤੇ ਗਏ ਸੀ। ਅਤੇ ਪ੍ਰੈਂਬਲ ਨੂੰ ਮਿਰਰ ਆਫ ਇੰਡੀਅਨ ਕੌਂਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਪਹਿਲਾਂ ਇਹਨੂੰ ਆਬਜੈਕਟਿਵ ਰੈਜ਼ੋਲੂਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ। 13 ਦਸੰਬਰ 1946 ਦੇ ਵਿੱਚ ਜਦੋਂ ਤੀਜੀ ਮੀਟਿੰਗ ਹੋਈ ਸੀ ਕੌਂਸਟੀਟਿਊਸ਼ਨ ਡਿਵੈਲਪਮੈਂਟ ਵਾਸਤੇ, ਠੀਕ ਹੈ, ਉਸ ਤੋਂ ਬਾਅਦ ਇਹਨੂੰ ਪ੍ਰੈਂਬਲ ਨਾਮ ਰੱਖ ਦਿੱਤਾ ਗਿਆ ਸੀ। ਅਤੇ ਪ੍ਰੈਂਬਲ ਦਾ ਮਤਲਬ ਕੀ ਹੈ? ਇੰਟਰੋਡਕਸ਼ਨ, ਠੀਕ ਹੈ, ਵੀ ਕਿਸੇ ਚੀਜ਼ ਦੀ ਜਿਹੜੀ ਆਪਾਂ ਇੰਟਰੋਡਕਸ਼ਨ ਪੜ੍ਹਦੇ ਹਾਂ ਤਾਂ ਉਹ ਐਜ ਏ ਪ੍ਰੈਂਬਲ ਹੈ, ਠੀਕ ਹੈ। ਤਾਂ ਕੌਂਸਟੀਟਿਊਸ਼ਨ ਦੀ ਜਿਹੜੀ ਇੰਟਰੋਡਕਸ਼ਨ ਹੈ ਉਹ ਕੀ ਹੈ? ਪ੍ਰੈਂਬਲ। ਇਹ ਚੀਜ਼ਾਂ ਤੁਸੀਂ ਸਾਰੀਆਂ ਨੋਟ ਕਰ ਲੈਣੀਆਂ। ਅਗਰ ਤੁਹਾਨੂੰ ਨਹੀਂ ਆਉਂਦੀਆਂ ਤਾਂ ਤੁਸੀਂ ਇਹ ਚੀਜ਼ਾਂ ਨੂੰ ਬਾਰ-ਬਾਰ ਮੈਂ ਅੱਗੇ ਵੀ ਕੁਐਸਚਨਾਂ ਦੇ ਵਿੱਚ ਰਿਪੀਟ ਕਰਦਾ ਰਹੂੰਗਾ। ਤੁਹਾਡੇ ਜਮਾਂ ਟਿਪਸ 'ਤੇ ਹੋ ਜਾਣਗੀਆਂ ਇਹ ਗੱਲਾਂ। ਬਾਰ-ਬਾਰ ਰਿਪੀਟ ਕਰਨ ਦਾ ਮੇਰਾ ਮਤਲਬ ਵੀ ਇਹੀ ਹੁੰਦਾ ਹੈ ਕਿ ਤੁਹਾਨੂੰ ਹੋਰ ਚੀਜ਼ਾਂ ਨਾ ਪੜ੍ਹਨੀਆਂ ਪੈਣ, ਕਿਉਂਕਿ ਇੱਕ ਵਾਰੀ ਆਪਾਂ ਜਿਹੜੀ ਵੀਡੀਓ ਦੇਖਦੇ ਹਾਂ ਤਾਂ ਆਪਾਂ ਨੂੰ ਉਹਦੇ ਵਿੱਚੋਂ ਹੀ ਸਾਰਾ ਕੁਛ ਮਿਲ ਜੇ ਆਪਾਂ ਹੁਣ ਪ੍ਰੈਂਬਲ ਬਾਰੇ ਗੱਲ ਕਰ ਰਹੇ ਹਾਂ ਤਾਂ ਪ੍ਰੈਂਬਲ ਦੀਆਂ ਜਿੰਨੇ ਵੀ ਕੁਐਸਚਨ ਡਿਸਕਸ ਹੋਣਗੇ ਆਪਾਂ ਸਾਰੇ ਡਿਸਕਸ ਕਰਾਂਗੇ। ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰਨਾ ਹੈ, ਵੀਡੀਓ ਨੂੰ ਸ਼ੇਅਰ ਕਰਨਾ ਹੈ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ। ਅਤੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਟੈਲੀਗ੍ਰਾਮ ਚੈਨਲ ਦਾ, ਉੱਥੋਂ ਤੁਸੀਂ ਟੈਲੀਗ੍ਰਾਮ ਚੈਨਲ ਜੁਆਇਨ ਕਰਕੇ PDF ਵੀ ਡਾਊਨਲੋਡ ਕਰ ਸਕਦੇ ਹੋ। ਧੰਨਵਾਦ।